ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੈ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਗੁਰਮਤਿ ਫਿਲਾਸਫੀ ਦੇ ਵਿਸ਼ੇ ਸਾਡੇ ਨਾਲ ਸਾਂਝੇ ਕਰਦੇ ਹਨ। ਅੱਜ ਜਿਹੜੇ ਵਿਸ਼ੇ ਬਾਰੇ ਉਹ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ, ਜੋ ਪਿਛਲੇ ਹਫ਼ਤੇ ਉਹਨਾਂ ਨੇ ਲੜੀ ਆਰੰਭ ਕੀਤੀ ਸੀ ਸ਼ੁਭ ਗੁਣਾਂ ਦੀ, ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਰਿਓ, ਪਿਛਲੇ ਹਫ਼ਤੇ ਅਸੀਂ ਕੁਝ ਐਸੇ ਗੁਣਾਂ ਦੀ ਵਿਚਾਰ ਕੀਤੀ ਹੈ, ਸ਼ੁਰੂ ਕੀਤੀ ਹੈ, ਜਿਨ੍ਹਾਂ ਨੂੰ ਗੁਰਮਤਿ ਵਿੱਚ ਤਾਂ ਕਿ ਬਾਕੀਆਂ ਨੇ ਵੀ ਪ੍ਰਧਾਨਤਾ ਬਖਸ਼ਿਸ਼ ਕੀਤੀ ਹੈ। ਪਿਛਲੇ ਹਫ਼ਤੇ ਅਸੀਂ ਸੱਚਾਈ ਜਾਂ ਸੱਚ ਉਹਦੇ ਬਾਰੇ ਵਿਚਾਰਾਂ ਕੀਤੀਆਂ ਸੀ। ਅੱਜ ਅਸੀਂ ਪ੍ਰੇਮ ਦੀ ਗੱਲ ਕਰਾਂਗੇ। ਪਿਆਰ ਜਾਂ ਪ੍ਰੇਮ। ਪ੍ਰੇਮ ਸੰਸਾਰ ਦੀ ਇੱਕ ਬਹੁਤ ਹੀ ਮਹਾਬਲੀ ਜਾਂ ਤਾਕਤਵਰ ਸ਼ਕਤੀ ਹੈ। ਵਿਦਵਾਨ ਇਹ ਗੱਲ ਆਖਦੇ ਹਨ ਕਿ ਜੇਕਰ ਇਹ ਸ਼ਕਤੀ ਨਾ ਹੁੰਦੀ ਤਾਂ ਸੰਸਾਰ ਦੀ ਰਚਨਾ ਵਿੱਚ ਆਫਾ ਧਬੜੀ ਵੱਡ ਟੁੱਕ ਹਰ ਸਮੇਂ ਪਈ ਰਹਿੰਦੀ, ਜਾਂ ਸੰਸਾਰ ਦੀ ਰਚਨਾ ਦਾ ਹੋਰ ਪਸਾਰਾ ਜਾਂ ਵਾਧਾ ਹੀ ਨਾ ਹੁੰਦਾ। ਵਿਦਵਾਨਾਂ ਨੇ ਇਹ ਗੱਲ ਵੀ ਲਿਖੀ ਹੈ, ਔਰ ਕਈ ਵਿਦਵਾਨ ਤਾਂ ਇੱਥੋਂ ਤੱਕ ਵੀ ਲਿਖਦੇ ਹਨ ਕਿ ਇਹ ਪ੍ਰੇਮ ਜੀ ਜੰਤ ਤੇ ਨਿਰਜਿੰਦ ਵਸਤੂ ਦੋਹਾਂ 'ਚ ਇਕਸਾਰ ਜਿਹਾ ਹੁੰਦਾ ਹੈ। ਇਸ ਬਾਰੇ ਭਾਵੇਂ ਥੋੜਾ ਬਹੁਤਾ ਸ਼ੱਕ ਸਾਡੇ ਮਨਾਂ ਵਿੱਚ ਹੁੰਦਾ ਹੋਵੇ, ਪਰ ਇਹਦੇ ਵਿੱਚ ਅਸੀਂ ਕੋਈ ਗੱਲ ਸ਼ੱਕ ਨਹੀਂ ਕਰ ਸਕਦੇ ਕਿ ਜੀ ਜਨਤਾ ਦੇ ਸੰਸਾਰ ਵਿੱਚ ਪ੍ਰੇਮ ਬਹੁਤ ਵੱਡਾ ਇੱਕ ਰੋਲ ਪਲੇ ਕਰਦਾ ਹੈ। ਸਿੱਖ ਪ੍ਰੇਮ ਨੂੰ ਜੀਵਨ ਦਾ ਇੱਕ ਪੰਧ, ਇੱਕ ਜੀਵਨ ਦਾ ਰਸਤਾ ਸਮਝਦਾ ਹੈ, ਔਰ ਇਸ ਪ੍ਰੇਮ ਦੇ ਮਾਰਗ ਤੇ ਚੱਲ ਕੇ ਗੁਰੂ का ਸਿੱਖ ਆਤਮਿਕ ਮੰਡਲ ਦੀਆਂ ਉਚਾਈਆਂ ਨੂੰ ਛੂ ਲੈਂਦਾ ਹੈ, ਉਚਾਈਆਂ ਤੱਕ ਪਹੁੰਚ ਜਾਂਦਾ ਹੈ। ਭਾਵ ਪ੍ਰੇਮ ਇੱਕ ਐਸਾ ਮਾਰਗ ਹੈ ਜਿਨ੍ਹਾਂ ਤੇ ਚੱਲ ਕੇ ਆਤਮਿਕ ਮੰਡਲ ਦੇ ਉੱਚੀਆਂ ਉਡਾਰੀਆਂ ਲਾਈਆਂ ਜਾ ਸਕਦੀਆਂ ਹਨ। ਪ੍ਰੇਮ ਇੱਕ ਲਗਾਓ, ਇੱਕ ਜਜ਼ਬਾ ਹੈ। ਇਹਦੇ ਤਿੰਨ ਰੂਪ ਦੇਖਣ ਵਿੱਚ ਮਿਲਦੇ ਹਨ। ਇੱਕ ਆਪਣੇ ਤੋਂ ਛੋਟਿਆਂ ਨਾਲ ਕੀਤਾ ਜਾਣ ਵਾਲਾ, ਜਿਸ ਨੂੰ ਸਨੇਹ ਕਿਹਾ ਜਾਂਦਾ ਹੈ। ਵਾਹਿਗੁਰੂ ਤੇ ਗੁਰੂ ਦੇ ਨਾਲ ਕੀਤੇ ਹੋਏ ਪ੍ਰੇਮ ਨੂੰ, ਪਿਆਰ ਨੂੰ ਪ੍ਰੇਮ ਕਿਹਾ ਜਾਂਦਾ ਹੈ। ਇਸ ਸੰਸਾਰਕ ਅਵਸਥਾ ਤੇ ਹੋਰ ਚੀਜ਼ਾਂ ਨਾਲ ਕੀਤੇ ਹੋਏ ਇਸ ਪਿਆਰ ਨੂੰ ਮੋਹ ਕਿਹਾ ਜਾਂਦਾ ਹੈ। ਤਿੰਨ ਰੂਪ ਇਸ ਪ੍ਰੇਮ ਦੇ ਮੰਨੇ ਜਾਂਦੇ ਹਨ। ਇੱਕ ਸਨੇਹ ਹੈ, ਇੱਕ ਮੋਹ ਹੈ, ਇੱਕ ਪ੍ਰੇਮ ਹੈ। ਪ੍ਰੇਮ ਦੋ ਰੂਹਾਂ ਵਿੱਚ ਇੱਕ ਖਿੱਚ ਹੈ, ਕਸ਼ਿਸ਼ ਹੈ, ਚੁੰਬਕੀ ਸ਼ਕਤੀ ਹੈ, ਜੋ ਬੋਡੀ ਦੇ, ਸਰੀਰ ਦੇ ਨਾਸ਼ ਹੋਣ ਨਾਲ ਵੀ ਨਾਸ਼ ਨਹੀਂ ਹੁੰਦਾ, ਸਗੋਂ ਇਹ ਪ੍ਰੇਮ ਇੱਕ ਐਸੀ ਸ਼ਕਤੀ ਹੈ ਜਿਹੜੀ ਮੌਤ ਦੇ ਉੱਤੇ ਵੀ ਜਿੱਤ ਪ੍ਰਾਪਤ ਕਰ ਲੈਂਦੀ ਹੈ। ਭਾਵ ਪ੍ਰੇਮ ਇੱਕ ਐਸੀ ਤਾਕਤ ਹੈ
ਜਿਸ ਨੂੰ ਜੀਵਨ ਤੇ ਮੌਤ ਦੇ ਸਾਰੀ ਫਿਲਾਸਫੀ ਸਮਝ ਆ ਜਾਂਦੀ ਹੈ। ਇਹਦੇ ਵਿੱਚ ਈਸ਼ਵਰ ਭਗਤੀ, ਮਜ਼ਹਬ, ਕੌਮੀਅਤ, ਮਨੁੱਖ ਜਾਤੀ ਨੂੰ ਜੋੜਨ ਦਾ ਇੱਕ ਵਸੀਲਾ ਪ੍ਰੇਮ ਹੈ। ਨਫ਼ਰਤ ਕਰਨਾ ਇਨਸਾਨ ਦਾ ਕੰਮ ਨਹੀਂ, ਸ਼ੈਤਾਨ ਦਾ ਕੰਮ ਹੈ। ਮਾਫ ਕਰ ਦੇਣਾ ਤੇ ਮਨੁੱਖਤਾ ਨਾਲ ਪ੍ਰੇਮ ਕਰ ਦੇਣਾ ਇਹ ਸੱਚਮੁੱਚ ਦੇਵਤਿਆਂ ਦੀ ਬਿਰਤੀ ਹੈ। ਪ੍ਰੇਮ ਦੁਨੀਆ ਦੀ ਸਭ ਤੋਂ ਵੱਡੀ ਸ਼ੈ ਹੈ, ਸਭ ਤੋਂ ਵੱਡੀ ਚੀਜ਼ ਹੈ। ਵਿਦਵਾਨ ਇਹ ਲਿਖਦੇ ਹਨ ਕਿ ਪ੍ਰੇਮ ਹੀ ਪ੍ਰਭੂ ਹੈ ਤੇ ਪ੍ਰਭੂ ਹੀ ਪ੍ਰੇਮ ਹੈ। ਬੜੀ ਸੁੰਦਰ ਗੱਲ ਵਿਦਵਾਨਾਂ ਨੇ ਲਿਖੀ ਹੈ। ਸਿੱਖੀ ਵਿੱਚ ਪ੍ਰੇਮ ਦੇ ਅਰਥ ਕਰਤਾਰ ਨਾਲ ਪ੍ਰੇਮ ਕਰਨਾ, ਕਰਤਾਰ ਦੇ ਪ੍ਰੇਮ ਵਿੱਚ ਰਤਿਆ ਹੋਇਆ ਮਨੁੱਖ ਮਾਤਰ ਨਾਲ ਪ੍ਰੇਮ ਕਰਨਾ, ਉਹਦੀ ਮਨੁੱਖਤਾ ਨਾਲ ਪ੍ਰੇਮ ਕਰਨਾ, ਮਨੁੱਖਤਾ ਨਾਲ ਪ੍ਰੇਮ ਕਰਨਾ, ਆਪਾ ਤਿਆਗਣਾ। ਸਿੱਖੀ ਵਿੱਚ ਪ੍ਰੇਮ ਦਾ ਹੋਰ ਡੂੰਘਾ ਅਰਥ ਇਹ ਹੈ ਕਿ ਉਸ ਕਰਤਾਰ ਦੇ ਭਾਣੇ ਨੂੰ ਸਿਰ ਮੱਥੇ ਤੇ ਪ੍ਰਵਾਨ ਕਰ ਲੈਣਾ। ਕੇਵਲ ਪ੍ਰਵਾਨ ਹੀ ਨਾ ਕਰਨਾ, ਇਹ ਪ੍ਰੇਮ ਦਾ ਇੱਕ ਸਿਖਰ ਹੈ ਕਿ ਆਪਣੇ ਆਪ ਨੂੰ ਉਹਦੇ ਤੋਂ ਕੁਰਬਾਨ ਵੀ ਕਰ ਦੇਣਾ। ਬਸ ਇਹੋ ਹੀ ਇੱਕ ਪ੍ਰੇਮਾ ਭਗਤੀ ਦਾ, ਪ੍ਰਭੂ ਦੇ ਪਿਆਰ ਦਾ ਇੱਕ ਅਸਲੀ ਨਮੂਨਾ ਹੈ। ਉਸਨੇ ਆਪਣੇ ਆਪ ਨੂੰ ਤਿਆਗਣਾ, ਆਪਾ ਭਾਵ ਤਿਆਗ ਕਰਨਾ। ਜਿੱਥੇ ਪ੍ਰੇਮ ਹੈ ਉੱਥੇ ਆਪਾ ਭਾਵ ਨਹੀਂ ਹੈ। ਆਪਾ ਭਾਵ ਤਿਆਗ ਕਰਨਾ, ਉਸ ਕਰਤਾਰ ਦੇ ਭਾਣੇ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਨਾ, ਫਿਰ ਉਸ ਤੋਂ ਆਪਣੇ ਆਪ ਨੂੰ ਵਾਰ ਦੇਣਾ, ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਇਹੋ ਹੀ ਪ੍ਰਮਾਤਮਾ ਦੀ ਬੰਦਗੀ ਹੈ, ਇਹੋ ਹੀ ਪ੍ਰਮਾਤਮਾ ਦੀ ਭਗਤੀ ਹੈ। ਸਿੱਖੀ ਲਈ ਅਕਾਲ ਪੁਰਖ ਦੀ ਰਜ਼ਾ ਵਿੱਚ ਚੱਲਣਾ ਮੁੱਢਲਾ ਅਸੂਲ ਦੱਸਿਆ ਗਿਆ ਹੈ। ਉਸ ਦਾ ਭਾਣੇ ਨੂੰ ਮੰਨਣਾ ਇਹ ਤਸਵੀਰ ਦਾ ਇੱਕ ਪਾਸਾ ਜਾਂ ਸਵਾਲ ਦਾ ਇੱਕ ਪਹਿਲੂ ਹੈ। ਇਸ ਦੇ ਨਾਲ ਹੀ ਆਤਮਿਕ ਤਰੱਕੀ ਲਈ ਕਰਤਾਰ ਦੀ ਪ੍ਰੇਮਾ ਭਗਤੀ ਉਹ ਤਸਵੀਰ ਦਾ ਦੂਸਰਾ ਪਹਿਲੂ ਹੈ। ਦੋ ਪਾਸੇ ਹਨ। ਭਾਣਾ ਮੰਨਣ ਨਾਲ ਪਰਮੇਸ਼ਰ ਦੇ ਨੇੜੇ ਹੋਈਦਾ ਹੈ ਤੇ ਪ੍ਰੇਮ ਕਰਨ ਦੇ ਨਾਲ ਜਿੱਥੇ ਨਿਰੰਕਾਰ ਨਾਲ ਮੁਹੱਬਤ ਬਣਦੀ ਹੈ, ਉੱਥੇ ਮਨੁੱਖ ਮਾਤਰ ਨਾਲ ਵੀ ਸਾਡੀ ਨੇੜਤਾ ਵੱਧਦੀ ਹੈ। ਮਨੁੱਖ ਦੀ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ ਅਵਸਥਾ ਇਹਦੇ ਵਿੱਚੋਂ ਪ੍ਰਗਟ ਹੁੰਦੀ ਹੈ, ਇਸ ਪ੍ਰੇਮ ਵਿੱਚੋਂ ਪ੍ਰਗਟ ਮੰਨੀ ਜਾਂਦੀ ਹੈ। ਅਸੀਂ ਅੱਗੇ ਹੋਰ ਵਿਚਾਰ ਕਰੀਏ ਪ੍ਰੇਮ ਦੇ ਬਾਰੇ ਵਿੱਚ ਤਾਂ ਸਾਨੂੰ ਸਮਝ ਆ ਜਾਏਗੀ। ਪ੍ਰੇਮ ਜਾਂ ਪ੍ਰੀਤ ਇੱਕ ਐਸਾ ਜਜ਼ਬਾ ਹੈ ਜੋ ਸਾਰੇ ਖਿਆਲਾਂ ਤੇ ਜਜ਼ਬਿਆਂ ਦਾ ਮੂਲ ਹੈ। ਪ੍ਰੀਤ ਦਾ ਜਜ਼ਬਾ ਹੀ ਸਾਰੇ ਉੱਤਮ ਜਜ਼ਬਿਆਂ ਤੇ ਗੁਣਾਂ ਦੀ ਇੱਕ ਰੂਟ ਹੈ, ਜੜ ਹੈ। ਇਹ ਜਜ਼ਬਾ ਪੁੱਠਾ ਹੋਇਆ ਤਾਂ ਸਭ ਮਾੜੇ ਜਜ਼ਬਿਆਂ ਦੇ ਔਗਣਾਂ ਦੀ ਜਨਮ ਹੋਣਾ ਸ਼ੁਰੂ ਹੋ ਗਿਆ। ਸਮਝਣ ਵਾਲੀ ਗੱਲ ਜੋ ਇਹ ਹੈ ਕਿ ਇਹ ਪ੍ਰੇਮ ਦਾ ਜਜ਼ਬਾ ਜੇਕਰ ਵਿਗੜ ਜਾਵੇ, ਇਹਦੇ ਤੋਂ ਦੂਰੀ ਬਣ ਜਾਏ, ਤਾਂ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਨੁੱਖਾ ਜੀਵਨ ਨੂੰ ਆ ਕੇ ਘੇਰ ਲੈਂਦੇ ਹਨ। ਪਰ ਜੇ ਇਹ ਜਜ਼ਬਾ ਪਵਿੱਤਰ ਰੂਪ ਵਿੱਚ ਕਾਇਮ ਰਹੇ, ਆਪਣੇ ਪਿਆਰੇ ਪ੍ਰੀਤਮ ਦੀ, ਫਿਰ ਵਾਹਿਗੁਰੂ ਦੀ ਸਦੀਵੀ ਯਾਦ ਬਣ ਜਾਂਦਾ ਹੈ ਤੇ ਇਹ ਸਦੀਵੀ ਯਾਦ ਹੀ ਅਸਲ ਵਿੱਚ ਸੱਚਾ ਪ੍ਰੇਮ ਕਹਾਉਂਦੀ ਹੈ। ਸੱਚੇ ਪ੍ਰੇਮ ਵਿੱਚ ਰੰਗਿਆ ਹੋਇਆ
ਆਪਣੇ ਜੀਵਨ ਦੇ ਮਾਰਗ ਨੂੰ, ਜੀਵਨ ਦੇ ਪੰਧ ਨੂੰ ਬੜੇ ਆਰਾਮ ਨਾਲ ਸਹਿਜੇ ਹੀ ਤੈਅ ਕਰ ਲੈਂਦਾ ਹੈ। ਆਪਣੇ ਪ੍ਰੀਤਮ ਦੇ ਪ੍ਰੇਮ ਵਿੱਚ ਪੈ ਕੇ ਸੱਚਮੁੱਚ ਉਸ ਦਾ ਪ੍ਰੇਮ ਰੂਪ ਹੀ ਬਣ ਜਾਂਦਾ ਹੈ। ਪ੍ਰੇਮ ਰੂਪ ਹੋਇਆ ਹੋਇਆ ਫਿਰ ਪ੍ਰੇਮੀ ਦਾ ਲੂਹ ਨੂੰ ਆਪਣੇ ਪ੍ਰੀਤਮ ਦਾ ਨਾਂ ਸੁਣ ਕੇ ਫਿਰ ਖੜਾਓ ਵਿੱਚ ਆਉਂਦਾ ਹੈ। ਆਪਣੇ ਪਿਆਰੇ ਦਾ ਨਾਂ ਲੈਂਦਿਆਂ ਹੀ ਚਿਹਰੇ ਤੇ ਚਮਕ ਆਉਂਦੀ ਹੈ ਤੇ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਇੱਕ ਅਜੀਬ ਜਿਹੀ ਖਿੱਚ ਉਸ ਦੇ ਅੰਦਰ ਪੈਦਾ ਹੁੰਦੀ ਹੈ। ਨਵਾਂ ਉਤਸ਼ਾਹ ਉਸ ਦੇ ਅੰਦਰ ਪੈਦਾ ਹੁੰਦਾ ਹੈ, ਨਵਾਂ ਜੋਸ਼ ਉਸ ਦੇ ਅੰਦਰ ਪੈਦਾ ਹੁੰਦਾ, ਜਨਮ ਲੈਂਦਾ ਹੈ। ਇਹ ਤਾਂ ਸੋਹੇ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ ਵਾਲਾ ਜਜ਼ਬਾ ਹੈ, ਜੋ ਪ੍ਰੇਮ ਦਾ ਜਜ਼ਬਾ ਹੈ। ਇਸ ਪ੍ਰੀਤਮ ਦੇ ਪਿਆਰ ਵਿੱਚ ਰੰਗੇ ਹੋਏ ਦੇ ਅੰਦਰ ਸੱਚਮੁੱਚ ਹੀ ਉਸ ਪ੍ਰੀਤਮ ਦੀ ਨੇੜਤਾ ਬਣਦੀ ਜਾਂਦੀ ਹੈ। ਪ੍ਰੇਮ ਦੁਨੀਆ ਦੀ ਸਭ ਤੋਂ ਵੱਡੀ ਸ਼ੈ ਹੈ ਜਿਸ ਨਾਲ ਹਰ ਕਿਸੇ ਨੂੰ ਅਸੀਂ ਨੇੜੇ ਕਰ ਸਕਦੇ ਹਾਂ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸੋਈਆਂ ਵਿੱਚ ਤਾਂ ਇੱਥੋਂ ਤੱਕ ਇਹ ਗੱਲ ਕਹਿ ਦਿੱਤੀ ਕਿ ਪ੍ਰੇਮ ਹੀ ਪ੍ਰਭੂ ਦੇ ਲਾਭ ਦਾ ਇੱਕ ਸਾਧਨ ਹੈ। ਸਾਚ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਰੋਜ਼ ਅਸੀਂ ਸੋਈਆਂ ਦਾ ਪਾਠ ਵਿੱਚ ਪੜ੍ਹਦੇ ਹਾਂ। ਆਓ ਵੇਖੀਏ ਪਹਿਲਾਂ ਗੁਰੂ ਦਾ ਪ੍ਰੇਮ ਕੀ ਹੁੰਦਾ ਹੈ। ਸਿੱਖੀਜ਼ਮ ਵਿੱਚ, ਸਿੱਖ ਧਰਮ ਵਿੱਚ, ਸਿੱਖ ਮਤ ਵਿੱਚ ਗੁਰੂ, ਵਾਹਿਗੁਰੂ, ਸਾਧ ਸੰਗਤ, ਸ਼ੁਭ ਗੁਣਾ ਤੇ ਮਨੁੱਖਤਾ ਦੇ ਨਾਲ ਪ੍ਰੇਮ ਕਰਨ ਦੀ ਗੱਲ ਦੱਸੀ ਗਈ ਹੈ। ਗੁਰੂ ਨਾਲ ਪ੍ਰੇਮ ਇਸ ਲਈ ਕੀਤਾ ਜਾਂਦਾ ਹੈ ਕਿ ਗੁਰੂ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦਾ ਹੈ। ਗੁਰੂ ਇੱਕ ਸਾਧਨ ਹੈ ਉਸ ਪਿਆਰੇ ਨਾਲ ਮਿਲਣ ਦਾ। ਉਸ ਪਿਆਰੇ ਦੀ ਪ੍ਰੇਮਾ ਭਗਤੀ ਅੰਦਰ ਠੰਡ ਵਰਤਾਉਂਦੀ ਹੈ, ਅੰਦਰ ਸ਼ਾਂਤੀ ਦਿੰਦੀ ਹੈ, ਅੰਦਰ ਖੇੜਾ ਲੈ ਕੇ ਆਉਂਦੀ ਹੈ, ਅੰਦਰ ਆਨੰਦ ਬਣਦਾ ਹੈ। ਤੇ ਉਸ ਪਿਆਰੇ ਦੀ ਪ੍ਰੇਮਾ ਭਗਤੀ ਵਿੱਚੋਂ ਜੋ ਆਨੰਦ ਬਣਦਾ ਹੈ, ਦੁਨੀਆ ਦਾ ਕੋਈ ਰਸ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਤੇ ਸਤਸੰਗਤ ਦਾ ਪ੍ਰੇਮ ਸਾਡੇ ਅੰਦਰ ਸ਼ੁਭ ਗੁਣ ਪੈਦਾ ਕਰਦਾ ਹੈ। ਸਾਡੇ ਅੰਦਰ ਉਹ ਗੁਣ ਪੈਦਾ ਕਰਦਾ ਹੈ ਜਿਸ ਨਾਲ ਪ੍ਰੀਤਮ ਦੇ ਨਾਲ ਨੇੜਤਾ ਬਣ ਜਾਏ। ਤੇ ਸੰਸਾਰੀਆਂ ਨਾਲ, ਪ੍ਰਾਣੀ ਮਾਤਰ ਨਾਲ ਪ੍ਰੇਮ ਕਰਨਾ ਅਸਲ ਵਿੱਚ ਵਾਹਿਗੁਰੂ ਨਾਲ ਪ੍ਰੇਮ ਕਰਨਾ ਹੈ। ਸੰਸਾਰ ਵਿੱਚ ਬਹੁਤ ਸਾਰਾ ਪਿਆਰ ਇੱਕ ਪਾਸੜ ਹੁੰਦਾ ਹੈ, ਪਰ ਸਿੱਖ ਅਤੇ ਗੁਰੂ ਦਾ ਪ੍ਰੇਮ ਦੋਹਾਂ ਪਾਸਿਆਂ ਤੋਂ ਹੈ। ਇਹ ਦੋ ਪਾਸੜੀ ਪ੍ਰੀਤ ਹੈ, ਦਵੱਲੀ ਪ੍ਰੀਤ ਹੈ। ਸਿੱਖ ਗੁਰੂ ਵਿੱਚ ਲੀਨ ਹੁੰਦਾ ਹੈ, ਗੁਰੂ ਸਿੱਖ ਨੂੰ ਆਪਣਾ ਰੂਪ ਦੇ ਦਿੰਦਾ ਹੈ। ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ ਰਾਹੀਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲਗ, ਦੀਪਕੇ ਮੈਂ ਮਹਾਪ੍ਰੀਤ ਮਿਲੇ ਜਾਰ ਹੈ। ਅਲ ਚਲ ਆਵਤ ਕਮਲ ਪੈ ਸਨੇਹ ਕਾ, ਕਮਲ ਸੰਪੜ ਬਾਦ ਪ੍ਰਾਨ ਪਰ ਹਾਰ ਹੈ। ਭਵਰੇ ਦੀ ਗੱਲ ਉਦਾਹਰਨ ਦਿੱਤੀ, ਦੀਵੇ ਦੇ ਉੱਤੇ ਸੜਨ ਵਾਲੇ ਪਤੰਗੇ ਦੀ ਉਦਾਹਰਨ ਦਿੱਤੀ। ਮਨ ਬਚ ਕ੍ਰਮ ਜਲ ਮੀਨ ਲਿਵ ਲੀਨ ਗਤ, ਬਿਸਰਤ ਰਾਖ ਨਾ ਸਖਤ ਗੈ ਡਾਰ ਹੈ। ਮੱਛੀ ਦੀ ਉਦਾਹਰਨ ਦਿੱਤੀ, ਪਾਣੀ ਮੱਛੀ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ। ਦੁਖਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੇ ਨਾ ਟਰੈ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਵਿਤ ਨੰਬਰ 318 ਹੈ, ਜਿਹਦੇ ਚ ਉਹਨਾਂ ਨੇ ਵਿਚਾਰ ਦਿੱਤੇ ਹਨ। ਪ੍ਰੇਮ ਕਰਕੇ ਪਤੰਗਾ ਦੀਵੇ ਤੇ ਆਉਂਦਾ ਹੈ, ਦੀਵਾ ਉਸ ਨੂੰ ਸਾੜ ਦਿੰਦਾ ਹੈ।
एक पासड़ प्रेम है। भौरा स्नेह करके कवल फुल पास आउंदा है, पर फुल शाम ਨੂੰ ਸੁੰਗੜ ਕੇ ਉਸ ਨੂੰ ਉਹਦੇ ਵਿੱਚ ਬੰਦ ਕਰਕੇ ਮਾਰ ਦਿੰਦਾ ਹੈ। ਇੱਕ ਪਾਸੜ ਪ੍ਰੀਤ ਹੈ। ਮੱਛੀ ਪਾਣੀ ਲਈ ਜਾਨ ਦਿੰਦੀ ਹੈ, ਪਾਣੀ ਉਸ ਮੱਛੀ ਨੂੰ ਮੱਛੀ ਦੇ ਪਕੜਨ ਤੋਂ ਰੋਕ ਨਹੀਂ ਸਕਦਾ। ਇੱਕ ਪਾਸਾ ਪ੍ਰੀਤ ਹੈ। ਇਹ ਦੁਖਦਾਈ ਪ੍ਰੀਤ ਹੈ। ਸਿੱਖ ਦੀ ਗੁਰੂ ਦੀ ਪ੍ਰੀਤ ਦੋਹਾਂ ਪਾਸਿਆਂ ਤੋਂ ਇੱਕੋ ਜਿਹੀ ਹੈ ਅਤੇ ਸੁਖਦਾਈ ਪ੍ਰੀਤ ਹੈ, ਸੁਖ ਦੇਣ ਵਾਲੀ ਹੈ। ਇਸੇ ਵਾਸਤੇ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। एक बार सतगुर मंत्र सिमरन मातर, सिमरन ताहे बारंबार गुर हेत है। भावनी भगत भाए गौडी अगर भाग राखे, ताहे गुरु सर्व निधान दान देत है। सतगुर दया निध महिमा आगाध बोध, नमो 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 नेत 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 है। ये भी भाई साहब का कविता नंबर 111 है। ये प्रेम जरा है सब तो उच्चा प्रेम है, गुरु का प्रेम। संसार विच वायुमंडल विच असीं देखते हाँ लहरां उठ रही हैं, इसे तरह प्रेम दीयां लहरां भी जो दिसदियां नहीं, अनडिठी हुई तार दीयां दिलां विच वजदियां। इतिहासकार ये गल दसदा है, जद किते बेबे नानकी गुरु नानक देव महाराज नूं याद करदे, वो प्रेम दीयां जिहड़ियां तरंगां प्रेम दीयां तरंगां दे नाल सतगुर दूर दराजे देशां तो चलदे हुए भी फिर सुल्तानपुर वाल आंदे रहे। कश्मीर विच माई भाग भरी ते उसदे पुत्र साईं दास ने गुरु हरगोबिंद महाराज सच्चे पातशाह 6वें पातशाह की याद किया है। आप सतगुरु गुरु हरगोबिंद महाराज आप चल के श्रीनगर पहुंचे हैं और कहा, माता जी साडे लिए जो खद्दर दा रेजा कत के पोशाक बना के रखी है वो सानू दे दिओ, असीं पहन लीए। इतिहास ਦੀਆਂ ਇਹੋ ਜਿਹੀਆਂ ਵਾਰਦਾਤਾਂ ਮਿਲਦੀਆਂ ਨੇ। ਸਤਿਗੁਰੂ ਮਾਲਵੇ ਦੇ ਨਗਰ ਡਰੋਲੀ ਵਿੱਚ ਠਹਿਰੇ ਹੋਏ ਹਨ। ਗਰਮੀ ਦੀ ਰੁੱਤ ਹੈ। ਦੋ ਪਿਆਰੇ ਗੁਰਸਿੱਖ ਪਿਓ ਪੁੱਤਰ ਭਾਈ ਸਾਧੂ ਤੇ ਭਾਈ ਰੂਪਾ ਖੇਤਾਂ ਵਿੱਚ ਕੰਮ ਕਰ ਰਹੇ ਹਨ। ਪਿਆਸ ਲੱਗੀ, ਘੜੇ ਵਿੱਚ ਕੋਈ ਪਾਣੀ ਪੀਣ ਲੱਗੇ ਤਾਂ ਪਾਣੀ ਬੜਾ ਠੰਡਾ ਸੀ। प्रेम विच आके दोहां ने अरदास की, सच्चे पातशाह क्या चंगा होवे जे आप आके ये जल छक लेंदे। ये प्रेम भरी याद गुरुदेव गुरु हरगोबिंद महाराज कड़कदी हुई शिखर की तोप तक कड़कदी हुई दोपहर घोड़े दे सवार होके उस खेतां विच पहुंचदे हैं। भाई साधु ते भाई रूपे कोलों जल छकिया है। वो किहो जी अवस्था होगी, किहो जिहा समा होगा जो सिख दे अंदर दे प्रेम ने गुरु नूं खिंच के ले आता। इतिहास की एक होर छोटी जी कहानी साखी बड़ी प्रेम का शिखर दर्शाती है। ग्वालियर के किले चों रिहा होके गुरु हरगोबिंद महाराज सच्चे पातशाह जी आए। पातशाह जहांगीर भी नाल चले। एक टेंट उसका लगा होया, एक टेंट सच्चे पातशाह गुरु हरगोबिंद महाराज का लगा होया। गरीब घाइया सिख, गरीब अर्थ पक्ष तो कमजोर, घा खोद के गुजारा करने वाला
ਪ੍ਰੇਮ ਵਿੱਚ ਭਿੱਜਿਆ ਹੋਇਆ ਸਤਿਗੁਰ ਦੇ ਘੋੜਿਆਂ ਲਈ ਘਾਹ ਖੋਦ ਕੇ ਲਿਆਇਆ। ਉਸਨੇ ਇੱਕ ਟਕਾ ਤੇ ਘਾਹ ਦੀ ਪੰਡ ਆਪਣੇ ਸਿਰ ਤੇ ਰੱਖੀ ਤੇ ਸਤਿਗੁਰ ਦੇ ਦਰਬਾਰ ਵਿੱਚ ਚਾਲੇ ਪਾ ਦਿੱਤੇ, ਆਪਣੇ ਗੁਰੂ ਦੇ ਦਰਸ਼ਨ ਕਰਨ ਲਈ। ਪ੍ਰੇਮ ਵਿੱਚ ਵਜਿਆ ਹੋਇਆ, ਭਿੱਜਿਆ ਹੋਇਆ ਇੱਕ ਭਾਈ ਸਿੱਖ ਗਲਤੀ ਨਾਲ ਜਹਾਂਗੀਰ ਦੇ ਦਰਬਾਰ ਤੇ ਜਾ ਕੇ ਹਾਜ਼ਰ ਹੋਇਆ। ਘਾਹ ਦੀ ਪੰਡ ਰੱਖੀ, ਟਕਾ ਮੱਥਾ ਟੇਕ ਦਿੱਤਾ ਤੇ ਕਹਿਣ ਲੱਗਾ, ਪਾਤਸ਼ਾਹ, ਲੋਕ ਪਰਲੋਕ ਵਿੱਚ ਮੇਰੀ ਰੱਖਿਆ ਕਰਨੀ। ਬਾਦਸ਼ਾਹ ਗੱਲ ਸਮਝ ਗਿਆ ਕਿ ਇਸ ਨੂੰ ਗਲਤੀ ਲੱਗ ਗਈ ਹੈ। ਕਹਿਣ ਲੱਗਾ, ਇਹ ਪਦਾਰਥ ਮੇਰੇ ਪਾਸ ਨਹੀਂ ਹਨ। ਮੇਰੇ ਪਾਸ ਦੌਲਤ ਹੈ, ਧਨ ਹੈ, ਰਾਜ ਭਾਗ ਹੈ, ਹੋਰ ਸੁੱਖ ਹਨ, ਦੁਨੀਆ ਦੇ ਦੇ ਸਕਦਾ ਹਾਂ, ਪਰ ਇਹ ਚੀਜ਼ ਜੋ ਤੂੰ ਮੰਗ ਕੀਤੀ ਹੈ, ਇਹ ਮੇਰੇ ਪਾਸ ਨਹੀਂ ਹੈ। ਜ਼ਰੂਰਤ ਵੀ ਉਸ ਭਾਗ ਦੀ, ਉਸ ਘਾਈ ਦੀ ਦੇਖੋ, ਉਸ ਪ੍ਰੇਮ ਵਿੱਚ ਰੰਗੇ ਹੋਏ, ਉਸ ਪ੍ਰੀਤਮ ਦੇ ਪਿਆਰ ਵਿੱਚ ਰੰਗੇ ਹੋਏ ਇਸ ਘਾਈ ਦੀ ਜ਼ਰੂਰਤ ਵੇਖੋ। ਉਹਨੂੰ ਭੇਟ ਕੀਤਾ ਹੋਇਆ ਟਕਾ ਵੀ ਚੁੱਕ ਲਿਆ ਤੇ ਘਾਹ ਦੀ ਪੰਡ ਚੁੱਕ ਕੇ ਫਿਰ ਆਪਣੇ ਸੀਸ ਤੇ ਰੱਖ ਲਈ। ਇੱਕ ਬਾਦਸ਼ਾਹ ਨੂੰ ਕੀਤੀ ਹੋਈ ਭੇਟ ਵੀ ਚੁੱਕ ਲਈ ਤੇ ਉਹਨੂੰ ਨਾਲ ਕੀਤੀ ਹੋਈ ਉਹਦੇ ਸਤਿਗੁਰ ਦੇ ਘੋੜਿਆਂ ਲਈ ਖੋਦ ਕੇ ਲਿਆਂਦਾ ਹੋਇਆ ਘਾਹ ਦੀ ਪੰਡ ਵੀ ਆਪਣੇ ਸਿਰ ਤੇ ਚੁੱਕ ਲਈ ਹੈ। ਤੇ ਹੁਣ ਗੁਰੂ ਦਰਬਾਰ ਵਿੱਚ ਜਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਸਤਿਗੁਰੂ ਗੁਰੂ ਮਹਾਰਾਜ ਛਾਤੀ ਨਾਲ ਲਾਉਂਦੇ ਨੇ ਤੇ ਘਾਈਏ ਸਿੱਖ ਨੇ ਕਿਹਾ, ਗਰੀਬ ਨਿਵਾਜ ਪਾਤਸ਼ਾਹ, ਮੇਰਾ ਸਰੀਰ ਮੈਲਾ, ਮੇਰੇ ਕੱਪੜੇ ਮੈਲੇ, ਆਪਦੇ ਬਸਤਰ ਸਾਫ ਪਵਿੱਤਰ, ਤੇ ਮੇਰੇ ਤੇ ਇਤਨੀ ਕਿਰਪਾ, ਮੇਰੇ ਤੇ ਇੰਨੀ ਬਖਸ਼ਿਸ਼। ਗੁਰੂ ਜੀ ਦਾ ਉੱਤਰ ਬੜਾ ਕਮਾਲ ਦਾ ਸੀ। ਕਹਿਣ ਲੱਗੇ, ਉਹ ਭਲਿਆ, ਤੇਰੇ ਵਰਗੇ ਪ੍ਰੇਮੀ ਸਿੱਖਾਂ ਦੇ ਪ੍ਰੇਮ ਤੇ ਸਿਦਕ ਅੱਗੇ ਇਹਨਾਂ ਕੱਪੜਿਆਂ ਦੀ ਕੀ ਕੀਮਤ ਹੈ? ਇਹਨਾਂ ਕੱਪੜਿਆਂ ਦੀ ਕੋਈ ਵੈਲਿਊ ਨਹੀਂ। ਅਸੀਂ ਤਾਂ ਤੇਰੇ ਪ੍ਰੇਮ ਵਿੱਚ ਬੱਝੇ ਹੋਏ ਤੈਨੂੰ ਗਲੋਕੜੀ ਵਿੱਚ ਲੈ ਰਹੇ ਹਾਂ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸਾਨੂੰ ਇਹੋ ਜਿਹੀਆਂ ਗਾਥਾ ਮਿਲਦੀਆਂ ਹਨ ਜਿਸ ਤੇ ਪ੍ਰੇਮ ਦੀ ਕਹਾਣੀਆਂ ਦਾ ਜ਼ਿਕਰ ਆਉਂਦਾ ਹੈ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਕੀਰਤਪੁਰ ਵਿੱਚ ਨਿਵਾਸ ਕੀਤਾ ਹੋਇਆ ਇੱਕ ਗਰੀਬ ਬੁੱਢੀ ਬਾਈ ਰਹਿੰਦੀ ਹੈ। ਰੋਜ਼ ਦਿਲ ਵਿੱਚ ਇੱਕ ਗੱਲ ਕਹਿੰਦੀ ਹੈ, ਸਤਿਗੁਰੂ ਮੇਰੇ ਘਰ ਵਿੱਚ ਆਉਣ, ਮੇਰੀ ਗਰੀਬੜੀ ਦਾ ਵੀ ਕਦੀ ਪ੍ਰਸ਼ਾਦ ਛਕਣਗੇ, ਇਸ ਗਰੀਬੜੀ ਕੋਲੋਂ ਵੀ ਮੈਂ ਰੋਟੀ ਖਾ ਲੈਣਗੇ। ਇੱਕ ਦਿਨ ਮਾਈ ਪ੍ਰਸ਼ਾਦਾ ਪਕਾ ਕੇ ਯਾਦ ਕਰ ਰਹੀ ਹੈ ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਮਾਈ ਦੇ ਘਰ ਵੀ ਜਾ ਪਹੁੰਚੇ। ਹਜ਼ੂਰ ਨੇ ਜਾ ਕੇ ਬਚਨ ਕੀਤਾ, ਮਾਤਾ ਜੀ, ਸਾਡੇ ਲਈ ਜੋ ਪ੍ਰਸ਼ਾਦ ਤਿਆਰ ਕੀਤਾ ਹੈ ਉਹ ਸਾਨੂੰ ਚੁਕਾ ਦਿਓ। ਮਾਈ ਨੇ ਪ੍ਰੇਮ ਪਿਆਰ ਭਰੇ ਕੰਬਦੇ ਹੋਏ ਹੱਥਾਂ ਨਾਲ ਉਹ ਪ੍ਰਸ਼ਾਦ ਭੇਟ ਕੀਤਾ ਹੈ। ਮਹਾਰਾਜ ਨੇ ਘੋੜੇ ਤੇ ਬੈਠ ਕੇ ਹੀ ਛਕਣਾ ਸ਼ੁਰੂ ਕਰ ਦਿੱਤਾ। ਗੱਲ ਬੜੀ ਸਪਸ਼ਟ ਹੈ ਇਹਨਾਂ ਸਾਖੀਆਂ ਤੋਂ। ਇਹ ਪ੍ਰੇਮ ਦੀ ਦਾਤ ਰੁਪਈਆਂ ਪੈਸਿਆਂ ਨਾਲ ਨਹੀਂ ਮਿਲਦੀ। ਪ੍ਰੇਮ ਦੀ ਦਾਤ ਦੌਲਤ ਨਾਲ ਨਹੀਂ ਖਰੀਦੀ ਜਾ ਸਕਦੀ। ਪ੍ਰੇਮ ਦਾ ਇੱਕ ਲਗਨ ਹੈ, ਇੱਕ ਐਸਾ ਲਗਨ ਹੈ, ਐਸਾ ਜਜ਼ਬਾ ਹੈ। ਇਸ ਲਗਨ ਨਾਲ ਲੱਗਾ ਹੋਇਆ ਆਦਮੀ ਸੰਸਾਰਕ ਔਕੜਾਂ ਤੇ ਮੁਸੀਬਤਾਂ ਨੂੰ ਕੁਝ ਵੀ ਨਹੀਂ ਸਮਝਦਾ। ਸੰਸਾਰੀ ਔਕੜਾਂ ਤੇ ਮੁਸੀਬਤਾਂ ਨੂੰ ਤੁੱਛ ਜਿਹਾ ਸਮਝਦਾ ਹੋਇਆ ਆਪਣੀ ਮੰਜ਼ਿਲ ਮਿਲਾਪ ਵੱਲ ਵੱਧਦਾ ਤੁਰਿਆ ਜਾਂਦਾ ਹੈ। ਉਹ ਪ੍ਰੇਮ ਹੀ ਸੀ। ਜਦੋਂ ਭਾਈ ਦਇਆ ਰਾਮ ਤੇ ਉਹਨਾਂ ਦੇ 4 ਸਾਥੀਆਂ ਨੇ ਕਲਗੀਧਰ ਪਾਤਸ਼ਾਹ ਦੀ ਚਮਕਦੀ ਹੋਈ ਤਲਵਾਰ ਦੇ ਅੱਗੇ ਆਪਣੀਆਂ ਗਰਦਨਾਂ ਝੁਕਾ ਚੁੱਕੀਆਂ ਸਨ ਤੇ ਇਹ ਆਖਿਆ ਸੀ, ਪਾਤਸ਼ਾਹ, ਅਸੀਂ ਤਾਂ ਹੁਕਮ ਰਜਾਈ ਚੱਲਣ ਦੀ ਜਾਚ ਸਿੱਖ ਰਹੇ ਹਾਂ। ਇਹ ਸੀਸ ਤੇਰਾ ਹੈ, ਜੋ ਚਾਹੇ ਇਸ ਨੂੰ ਵਰਤ ਸਕਦਾ ਹੈ। ਇਹ ਪ੍ਰੇਮ ਹੈ
इसे प्रेम विच ही खोपड़ी लथदी है। इस प्रेम दे विच भिजे हुए ही चटनियां ते चढ़ सकते हैं। ते इस प्रेम विच भिजे हुए जिउंदियां नूं भट्ठियां विच सड़ना भी प्रवान कर लिया। इस प्रेम विच भिजिया होया ने ही अपना बंद कटवा दिता। एक ऐसी लगन है, ऐसा प्यार है, ऐसी खिच है जिहदे विच आदमी वड्डी तो वड्डी कुर्बानी करन तो भी संकोच नहीं करता। कुर्बानी कर सकता है, कुर्बानी करने को तैयार है। एक ऐसा प्रेम, एक ऐसा जज्बा है जिस जज्बे तो छड़ के अभी संसार दे विच रहंदे हुए निरंकार तक नहीं पहुंच सकते। मनुखा जीवन का मनोरथ करतार की बंदगी है। गुरु नानक साहब मक्के गए तो पूछया मनुखा जन्म का प्रयोजन की है। तो भाई मणि सिंह जी ने ज्ञान रत्नावली विच उहदा कथन किया। तो गुरु नानक साहब ने उत्तर दिता, बंदा जो होया है, बंदा जो होया है सो बंदगी वास्ते होया है। ताते जो बंदा होके बंदगी नहीं करता, हिरस ते शहर में उम्र गुजारता है, वो हैवान दी न्याई है, बंदियां दी न्याई नहीं। वो हैवान है, शैतान है, वो मनुख नहीं किया जा सकता। ये ज्ञानी ज्ञान भगत भाई मनी सिंह जी ये लफ्ज ज्ञान रत्नावली दे विच लिखते हैं। भाई नंदलाल सिंह की रचना नूं जदों असीं पढ़दे हां, गजल बड़ी कमाल दी है। ਉਹਦੇ बोल ਉਹਦੇ अर्थ ਹਨ, भगती की इच्छा का सदका ही मैनू मनुखी जन्म मिलिया है, नहीं तो मैनू इत्थे आउण दा कोई चाह नहीं सी। तानो जीवन जो तेरे प्रेम विच लंघ जाए, तो तेरे प्यार विच बीत जाए, नहीं तो इस गोबिंद विच आकाश ही रहन दा की सुख है। जिस घड़ी तू चित ना आवे, मेरे भाने मौत हो जाती है। तेरी याद बिना जीना किहड़े कम है। तो भाई नंद लाल सिंह जी फिर कहते ने, ओ मेरे बादशाह मेरे वाहिगुरु, बंदगी तेरी सदा ही बादशाही है, इसलिए सदा सदा बंदगी कर। बंदगी विच तैनू बादशाही है। कि बादशाही केवल इथों की नहीं, इस बंदगी विच लोग उस प्रीतम के प्यार विच भिज के बंदगी विच कीते लोक ते परलोक की बादशाही है। ते दौलतां विचों सब दी वड्डी दौलत भी तेरी बंदगी है। बंदिया बंदगी कर, बंदगी कर, बंदगी कर, बंदगी कर। दौल दे जावेद बाशद बंदगी, बंदगी कुन बंदगी कुन बंदगी कुन बंदगी। बंदिया बंदगी कर, बंदगी कर। प्रेमा भक्ति तो बिना बंदगी नहीं हो सकती। प्रेमा भक्ति तो बिना बंदगी नहीं हो सकती। एक प्रेम एक ऐसा जज्बा है जिहड़ा बंदगी दे नेड़े लैके जा सकता है। आओ वाहिगुरु दे प्रेम दी देखिए, वाहिगुरु दा प्रेम की है। सिख विच वाहिगुरु नूं बड़ा उच्चा मन्निया गया है और इसकी प्राप्ति का साधन प्रेम दस्या गया है। गुरबाणी विच तीन चीज़ों का वर्णन असीं आम पढ़ते हैं, विछोड़ा या बिरहा, मिलाप या दर्शन, तीसरा लेवलीनता। तीन चीज़ां असीं आम पढ़ते हैं। प्रेम का असल निशाना उस विच लीन होना है। प्रेम का असल निशाना उस विच लीन होना है जिस नाल प्रेम हो। इसे करके ही गुरु अंगद देव महाराज लिखते हैं, जिस प्यारे सो नेह तिस आगे मर चली है, त्रिग जीवन संसार ताके पाछे
ਜੀਵਨਾ। ਫਟਕਾਰ ਹੈ ਸੀ ਜ਼ਿੰਦਗੀ ਨੂੰ ਜਿਹੜਾ ਪ੍ਰੇਮ ਵਿੱਚ ਭਿੱਜ ਕੇ ਜੀਆ ਨਹੀਂ ਜਾ ਸਕਿਆ। ਕੀ ਕਰਨਾ ਇਹੋ ਜਿਹੀ ਜ਼ਿੰਦਗੀ ਜਿਹੜੀ ਆਪਣੇ ਇਸ਼ਟ ਤੋਂ ਕੁਰਬਾਨ ਹੀ ਨਾ ਹੋ ਸਕੇ। ਕਿਆ ਇਸ ਜ਼ਿੰਦਗੀ ਦੀ ਵੈਲਿਊ ਹੈ, ਕੀ ਕਦਰ ਹੈ ਇਸ ਜ਼ਿੰਦਗੀ ਦੀ ਜਿਹੜੀ ਆਪਣੇ ਪਿਆਰੇ ਪ੍ਰੀਤਮ ਤੋਂ ਕੁਰਬਾਨ ਹੋਣ ਨੂੰ ਤਿਆਰ ਹੀ ਨਾ ਹੋਵੇ। ਪ੍ਰੇਮ ਦਾ ਨਿਸ਼ਾਨਾ ਲਵਲੀਨਤਾ ਹੈ, ਮਿਲਾਪ ਹੈ, ਉਹਦੇ ਵਿੱਚ ਲੀਨ ਹੋ ਜਾਣਾ ਹੈ। ਜਿੰਨਾ ਅਸੀਂ ਸੰਸਾਰ ਦੀ ਮੋਹ ਮਾਇਆ ਤੋਂ ਉੱਪਰ ਉੱਠਦੇ ਜਾਵਾਂਗੇ ਉਨਾ ਹੀ ਉਸ ਪਿਆਰੇ ਦੇ ਨੇੜੇ ਹੁੰਦੇ ਜਾਵਾਂਗੇ। ਤਾਂ ਬਿਰਹਾ ਜਾਂ ਵਿਛੋੜੇ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਸਾਨੂੰ ਮਿਲਦਾ ਹੈ। ਬਾਬਾ ਫਰੀਦ ਜੀ ਆਪਣੇ ਸ਼ਲੋਕਾਂ ਵਿੱਚ ਲਿਖਦੇ ਹਨ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹ ਨਾ ਉਪਜੇ ਸੋ ਤਨ ਜਾਨ ਵਸਾਨ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਇਸ ਬਿਰਹਾ ਦਾ ਜ਼ਿਕਰ ਕਰਦੇ ਵਡਹੰਸ ਰਾਗ ਵਿੱਚ ਕਮਾਲ ਦੇ ਬੋਲ ਲਿਖਦੇ, ਮੈਂ ਰਵੰਦੀ ਸਭ ਜਗ ਰੁੰਨਾ, ਰੁਨੜੇ ਬਣੋ ਪਖੇਰੂ, ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰਹੋਂ ਵਿਛੋੜੀ। ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨਿੰਦੜੀਏ, ਮਤ ਸ਼ਹ ਦੇਖਾਂ ਸੋਏ। ਮਤ ਸ਼ਹ ਦੇਖਾਂ ਸੋਏ। ਪ੍ਰੇਮ ਪਿਆਰ ਦਾ ਸਿਖਰ ਹੈ ਇਸ ਬਾਈਬਲ ਦਾ ਸਤਰ ਵਿੱਚੋਂ। ਵਾਹਿਗੁਰੂ ਨਾਲ ਪ੍ਰੇਮ ਕਰਨ ਦੀ ਪਹਿਲੀ ਅਵਸਥਾ ਹੈ ਯਾਦ, ਸਿਮਰਨ ਜਾਂ ਚਿੰਤਨ ਜਾਂ ਯਾਦ ਕਰਨਾ। ਜਦ ਇਹ ਯਾਦ ਪੱਕ ਜਾਂਦੀ ਹੈ, ਧਿਆਨ ਪੱਕ ਜਾਂਦਾ ਹੈ, ਫਿਰ ਉਹਦੀ ਯਾਦ ਤੋਂ ਬਿਨਾਂ ਰਹਿਣਾ ਮੁਸ਼ਕਲ ਹੋ ਜਾਂਦਾ ਹੈ, ਜੀਣਾ ਵੀ ਮੁਸ਼ਕਲ ਹੋ ਜਾਂਦਾ ਹੈ। ਤੇ ਇਸ ਅਵਸਥਾ ਵਿੱਚ ਮਨੁੱਖ ਹਰ ਦਮ ਦੇ ਨਾਲ, ਹਰ ਸਵਾਸ ਦੇ ਨਾਲ ਉਹਦੀ ਯਾਦ ਵਿੱਚ ਜੁੜ ਜਾਂਦਾ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦੀ ਗੱਲ ਕੀਤੀ, ਦਮ ਸਦਾ ਕਰ ਸੰਭਾਲਦਾ ਹੈ, ਦਮ ਨਾ ਬਿਰਥਾ ਜਾਏ। ਇਸ ਪ੍ਰੇਮ ਦੀ ਇੱਕ ਸਿਫਤ ਵੀ ਹੈ ਕਿ ਪ੍ਰੇਮ ਕਰਨ ਵਾਲੇ ਪ੍ਰੇਮੀ ਨੂੰ ਆਪਣੇ ਪ੍ਰੀਤਮ ਤੋਂ ਵਿਛੋੜਾ ਵੀ ਅਸਹਿ ਹੋ ਜਾਂਦਾ ਹੈ। ਦੀਦਾਰ ਤੋਂ ਬਿਨਾਂ ਉਹ ਸੱਚਾ ਪ੍ਰੇਮੀ, ਸੱਚਾ ਆਸ਼ਿਕ ਆਪਣੀ ਮੌਤ ਮਹਿਸੂਸ ਕਰਦਾ ਹੈ। ਆਪਣੇ ਪਿਆਰੇ ਪ੍ਰਭੂ ਤੋਂ ਵਿਛੜ ਕੇ ਉਸ ਪ੍ਰੇਮੀ ਦਾ ਮਨ ਟਿਕਦਾ ਨਹੀਂ, ਖੜਾ ਨਹੀਂ ਹੁੰਦਾ। ਇੱਕ ਮਿੰਟ, ਇੱਕ ਘੰਟੇ ਦਾ ਜਾਪਦਾ ਹੈ। ਇੱਕ ਪਲ ਪਿਆਰੇ ਤੋਂ ਵਿਛੜਨੇ ਵਿੱਚ ਉਹਦੇ ਅੰਦਰ ਕੁਰਲਾਹਟ ਪੈਦਾ ਹੋ ਜਾਂਦੀ ਹੈ। ਉਹ ਤਾਂ ਫਿਰ ਬੋਲ ਬੋਲ ਕੇ ਗੱਲ ਕਹਿੰਦਾ ਹੈ, ਇੱਕ ਘੜੀ ਦਿਨ ਸਮੂਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੂੰ ਪਿਆਰੇ। ਪ੍ਰੇਮ ਵਿੱਚ ਭਿੱਜੇ ਹੋਏ ਦੇ ਅੰਦਰੋਂ ਤਰਲੇ ਉੱਠਦੇ ਹਨ, ਡਿੱਠੀ ਹਬ ਢੰਡੋਲ ਇੱਕ ਸਬਾਜ਼ ਨਾ ਕੋਏ, ਆਓ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਠੰਡਾ ਹੋਏ। ਇਸ ਪ੍ਰੇਮ ਦੀ ਪ੍ਰੇਮ ਵਿੱਚ ਰੰਗੇ ਹੋਏ ਪ੍ਰੇਮੀ ਦੀ ਪਹਿਲੀ ਖਿੱਚ ਆਪਣੇ ਪ੍ਰੀਤਮ ਦਾ ਦੀਦਾਰ ਹੁੰਦੀ ਹੈ। ਦੀਦਾਰ ਦੀ ਤਲਬ ਪੂਰੀ ਜਦੋਂ ਹੁੰਦੀ ਤਾਂ ਨੈਣਾਂ ਨੂੰ ਠੰਡ ਪੈਂਦੀ ਹੈ। ਫਿਰ ਉਸ ਪਿਆਰੇ ਦੇ ਬੋਲਾਂ ਨਾਲ ਸਾਂਝ ਬਣਦੀ ਹੈ। ਇਸ ਪਿਆਰੇ ਦੇ ਪਿਆਰ ਵਿੱਚ ਰੰਗੇ ਹੋਏ ਕਲਗੀਧਰ ਪਾਤਸ਼ਾਹ ਦੇ ਅਨੰਨ ਆਸ਼ਿਕ ਭਾਈ ਨੰਦ ਲਾਲ ਸਿੰਘ ਜੀ ਗੁਰੂ ਅੱਗੇ ਪ੍ਰਾਰਥਨਾ ਕਰਦੇ ਆਖਦੇ ਨੇ, ਮੇਰੀ ਅੱਖ ਤੇਰੀ ਉਡੀਕ ਵਿੱਚ ਚਿੱਟੀ ਹੋ ਗਈ, ਮੈਂ ਕੀ ਕਰਾਂ, ਮੇਰਾ ਤੇ ਮੈਨੂੰ ਤੇਰੇ ਤੋਂ ਬਿਨਾਂ ਧੀਰਜ ਹੀ ਨਹੀਂ ਆਉਂਦਾ। ਮੈਂ ਜੁਗਾ ਜੁਗੰਤਰਾਂ ਤੋਂ ਤੇਰੇ ਬੁੱਲਾਂ ਤੋਂ ਨਿਕਲੇ ਬਚਨਾਂ ਤੇ ਅੰਮ੍ਰਿਤ ਦਾ ਪਿਆਸਾ ਹਾਂ।
ਭਾਈ ਨੰਦ ਲਾਲ ਸਿੰਘ ਲਿਖਦੇ ਹਨ, ਮੈਂ ਜੁਗਾ ਜੁਗੰਤਰਾ ਤੋਂ ਤੇਰੇ ਬੁੱਲਾਂ ਚੋਂ ਨਿਕਲੇ ਬੋਲਾਂ ਦੇ ਬਚਨਾਂ ਦੇ ਅੰਮ੍ਰਿਤ ਦਾ ਪਿਆਸਾ, ਗੁਰਮਤਿ ਦੀ ਪ੍ਰੀਤ ਰੀਤ ਤੋਂ ਜਾਣੂ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਦੀ ਦਸ਼ਮੇਸ਼ ਪਿਤਾ ਦੀ ਮਿਹਰ ਦੀ ਨਜ਼ਰ ਬਦਲੇ ਆਪਣੀ ਜਾਨ ਦੇਣ ਦੀ ਗੱਲ ਕਰਦੇ ਸਨ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇਸ ਪ੍ਰੀਤ ਦੀ ਗੱਲ ਜਦੋਂ ਕਹਿੰਦੇ ਨੇ, ਕਹਿੰਦੇ ਨੇ ਮੇਰਾ ਪਿਆਰ ਤੇਰੇ ਚਰਨਾਂ ਵਿੱਚ ਲੱਗ ਗਿਆ, ਮੇਰਾ ਚਿੱਤ ਦੁਨੀਆ ਚੋਂ ਉਦਾਸ ਹੈ। ਉਸ ਪਿਆਰ ਦੇ ਮਿਲਾਪ ਤੋਂ ਬਿਨਾਂ ਜੇ ਸਰੀਰ ਇੱਕ ਖਿਲ ਵੀ ਟਿਕਿਆ ਰਹਿ ਸਕੇ ਤਾਂ ਸਰੀਰ ਫਿਟਕਾਰਯੋਗ ਹੈ, ਲਾਲਚਯੋਗ ਹੈ। ਤੇ ਮੇਰੇ ਪਿਆਰੇ ਪ੍ਰਭੂ, ਮੈਨੂੰ ਨੀਂਦ ਨਹੀਂ ਪੈਂਦੀ, ਮੇਰਾ ਮਨ ਹਰ ਵੇਲੇ ਤੇਰੀ ਯਾਦ ਵਿੱਚ ਬਹਿਬਲ ਉੱਠਿਆ ਹੈ। ਪ੍ਰੀਤ ਦੀ ਉਦਾਹਰਨ ਦਿੰਦੇ ਹੋਏ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਮੀਨਾ ਜਲਹੀਨ ਹੈ, ਉਹ ਵਿਚਰਤ ਮਨ ਤਨ ਖੀਨ ਹੈ, ਕਤ ਜੀਵਨ ਪ੍ਰਿਆ ਬਿਨ ਹੋਤ। ਸਨਮੁਖ ਸਹਿਬਾਨ ਹੈ, ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ, ਉਹ ਵੇਦਿਓ ਸਹਿਜ ਸਰੋਤ। ਪ੍ਰਿਆ ਪ੍ਰੀਤ ਲਾਗੀ ਮਿਲ ਬੈਰਾਗੀ, ਖਿਨ ਰਹਿਨ ਤਨ ਤੇ ਤਨ ਤਿਸ ਬਿਨਾ। ਪ੍ਰਿਆ ਪ੍ਰੀਤ ਲਾਗੀ ਮਿਲ ਬੈਰਾਗੀ, ਖਿਨ ਰਹਿਨ ਤ੍ਰਿਗ ਤਨ ਤਿਸ ਬਿਨਾ। ਲਾਨਤ ਹੈ ਐਸੀ ਜ਼ਿੰਦਗੀ ਦੇ ਜਿਹੜੀ ਤੇਰੀ ਪ੍ਰੀਤ ਤੋਂ ਬਿਨਾਂ ਜੀ ਜਾਏ। ਕਮਾਲ ਹੈ। ਵਾਹਿਗੁਰੂ ਦੇ ਨਾਲ ਪ੍ਰੇਮ ਕਰਨ ਦੀ ਪਹਿਲੀ ਅਵਸਥਾ ਹੈ ਯਾਦ, ਤੇ ਜਦੋਂ ਇਹ ਯਾਦ ਪੱਕ ਜਾਂਦੀ ਹੈ, ਲਗਾਤਾਰ ਬਣ ਜਾਂਦੀ ਹੈ, ਫਿਰ ਇਸ ਪਿਆਰ ਦੇ ਵਿੱਚੋਂ ਉਸ ਪਿਆਰੇ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਂਦੀ ਹੈ। ਦੂਜਾ ਇਹਦਾ ਗੁਣ ਹੈ ਭਾਣਾ ਮਿੱਠਾ ਲੱਗਣਾ। ਇਹ ਪ੍ਰੇਮ ਦੀ ਦੂਜੀ ਅਵਸਥਾ ਹੈ, ਕੋਈ ਰਜਾ ਵਿੱਚ ਚੱਲਣਾ। ਜੋ ਕੁਝ ਪ੍ਰੀਤਮ ਕਰਦਾ ਹੈ ਚੰਗਾ ਲੱਗਦਾ ਹੈ। ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਤੂੰ ਕਰੇ ਕਰਾਵੇ ਸਵਾਮੀ ਸਾਹਿਬ ਮਸਰਤ ਪ੍ਰਵਾਨ। ਇਹ ਹੁਕਮ ਰਜਾਈ ਚੱਲਣ ਦੀ ਜਹਾਜ਼ ਆ ਜਾਂਦੀ ਹੈ ਕਿ ਉਹਦਾ ਹਰ ਹੁਕਮ, ਹਰ ਭਾਣਾ ਮਿੱਠਾ ਲੱਗਦਾ ਹੈ। ਤੇ ਤੀਜੀ ਨਿਸ਼ਾਨੀ ਇਸ ਪ੍ਰੇਮ ਦੀ, ਪ੍ਰੀਤਮ ਲਈ ਜੋ ਕੁਝ ਕਰੇ ਉਹਦੇ ਵਿੱਚ ਆਪਣੇ ਪਿਆਰੇ ਦੀ ਪ੍ਰਸੰਨਤਾ ਹੋਵੇ, ਮਾਲਕ ਦੀ ਖੁਸ਼ੀ ਹੋਵੇ। ਭਾਵੇਂ ਕਿੰਨੇ ਵੀ ਸਰੀਰਾਂ ਦੇ ਕਸ਼ਟ ਝੱਲਣੇ ਪੈਣ, ਉਸ ਕਸ਼ਟ ਵਿੱਚੋਂ ਉਹਨੂੰ ਸੁੱਖ ਪ੍ਰਤੀਤ ਹੋਵੇ। ਜਦੋਂ ਮੀਆਂ ਮੀਰ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ, ਸਤਿਗੁਰੂ ਆਪ ਤੱਤੀ ਤਵੀ ਤੇ ਬੈਠੇ ਹੋਏ ਹੋ, ਥੱਲੇ ਅੱਗ ਬਲਦੀ ਹੈ, ਉੱਤੇ ਗਰਮ ਰੇਤਾ ਪਾਇਆ ਜਾ ਰਿਹਾ ਹੈ, ਇੰਨੇ ਕਸ਼ਟ ਕਿਵੇਂ ਸਹਾਰਦੇ ਹੋ? ਤਾਂ ਮਹਾਰਾਜ ਦਾ ਉੱਤਰ ਬੜਾ ਕਮਾਲ ਦਾ ਸੀ। ਕਹਿਣ ਲੱਗੇ, ਸਾਈਂ ਮੀਆਂ ਵੀਰ, ਇਹ ਮੇਰੇ ਵਾਹਿਗੁਰੂ ਦਾ ਭਾਣਾ ਹੈ। ਉਸ ਭਾਣੇ ਵਿੱਚ ਸਹਿਣ ਕੀਤੇ ਕਸ਼ਟ ਦੁੱਖ ਰੂਪ ਪ੍ਰਤੀਤ ਨਹੀਂ ਹੁੰਦੇ, ਸਗੋਂ ਸੁਖ ਰੂਪ ਕਰਕੇ ਹੀ ਜਾਣੀਦੇ ਹਨ। ਸੰਸਾਰ ਦੀਆਂ ਸਾਰੀਆਂ ਵਸਤਾਂ ਨਾਸ਼ਵਾਨ ਬਦਲਣਹਾਰ ਹਨ, ਉਹਨਾਂ ਨਾਲ ਮਨੁੱਖ ਦੀ ਸਦਾ ਸਾਂਝ ਨਹੀਂ ਨਿਭ ਸਕਦੀ, ਪਰ ਇੱਕ ਵਾਹਿਗੁਰੂ ਅਟਲ ਰਹਿਣ ਵਾਲੀ ਸ਼ਕਤੀ ਹੈ। ਔਰ ਜਿਸ ਸ਼ਕਤੀ ਨਾਲ ਕੀਤਾ ਹੋਇਆ ਪ੍ਰੇਮ ਕਦੀ ਮੁੱਕ ਨਹੀਂ ਸਕਦਾ, ਸਦਾ ਕਾਇਮ ਰਹਿੰਦਾ ਹੈ। ਹੋਰ ਤਾਂ ਹੋਰ ਇਹ ਪ੍ਰੇਮ ਅੱਗੇ ਤੋਂ ਅੱਗੇ ਵੱਧਦਾ ਤੁਰਿਆ ਜਾਂਦਾ ਹੈ। ਵਾਰ ਵਾਰੂ ਅਣਖ ਡਾਰੂ, ਸੁਖ ਪ੍ਰੈ ਸੁਹਾਗ ਪਲਕ ਰਾਤ, ਕਰਕ ਮੰਦਰ ਪਾੜ ਸੇ ਸਖੀ ਮੋਹਿ ਨਾ ਇੰਸਤਾਤ। ਪ੍ਰੇਮ ਇੱਕ ਐਸਾ ਸਾਧਨ ਹੈ ਜਿਸ ਤਰ੍ਹਾਂ ਅਸੀਂ ਵਾਹਿਗੁਰੂ ਦੇ ਨਾਲ ਅਭੇਦਤਾ ਪ੍ਰਾਪਤ ਕਰ ਸਕਦੇ ਹਾਂ, ਵਾਹਿਗੁਰੂ ਦੇ ਨਾਲ ਅਭੇਦਤਾ ਮਿਲ ਸਕਦੀ ਹੈ।
ਜਦੋਂ ਸਿੱਖ परमात्मा की बंदगी की लोचा करता है ना, ये प्रेम उस लोचा विचों फिर जो प्रेम झलकदा, प्रेम पैदा होता है, वो फिर भगत दे बंद करने वाले दे अंदर जीवन दे विच एक रोशनी पैदा करता है, प्रकाश पैदा करता है, ज्ञान दा रोशनी। ते उस ज्ञान दी रोशनी उस जिज्ञासु दे जीवन नूं बड़ी आनंदमई ते रसमई बनाउंदी है। ਤੇ ਜਦੋਂ ਸਿੱਖ परमात्मा ਦੀ ਭਾਲ ਕਰਦਾ ਹੈ ਤਾਂ ਉਹ ਲੋਕ ਪਰਲੋਕ ਦੇ ਲੱਭ ਲਾਲਚ ਕਰਕੇ ਨਹੀਂ, ਭਾਵੇਂ ਇਹ ਚੀਜ਼ਾਂ ਸੁਤੇ ਸਿੱਧ ਪ੍ਰਾਪਤ ਹੋ ਜਾਂਦੀਆਂ ਹਨ, ਪਰ ਉਹਦਾ ਪ੍ਰੇਮ ਦਾ ਇਹ ਮਨੋਰਥ ਨਹੀਂ, ਇਹ ਲਾਲਚ ਕਰਕੇ ਪ੍ਰੇਮ ਨਹੀਂ ਕਰਦਾ। ਹਾਂ, ਪ੍ਰੇਮ ਦਾ ਇੱਕ ਹਿੱਸਾ ਆਪਣੇ ਆਪ ਬਣ ਜਾਂਦੀਆਂ ਹਨ। ਸਿੱਖ ਪ੍ਰਾਤਮਾ ਦੀ ਪ੍ਰਾਪਤੀ ਲਈ ਯਤਨ ਇਸ ਲਈ ਕਰਦਾ ਹੈ ਕਿਉਂਕਿ ਪ੍ਰੇਮਾ ਭਗਤੀ ਆਪਣੇ ਆਪ ਹੀ ਉਸ ਲਈ ਇੱਕ ਐਸੀ ਬਹੁਮੁੱਲੀ ਦਾਤ ਹੈ, ਉਸਦੇ ਜੀਵਨ ਦੇ ਮਨੋਰਥ ਦੇ ਇਸ ਨਿਸ਼ਾਨੇ ਦੀ ਪੂਰਤੀ ਵੱਲ ਜਿਹਨੂੰ ਸਹਿਜੇ ਹੀ ਲੈ ਕੇ ਤੁਰ ਜਾਂਦੀ ਹੈ, ਸਹਿਜ ਲੈ ਕੇ ਤੁਰ ਜਾਂਦੀ ਹੈ। ਇਹ ਇੱਕ ਐਸਾ ਮਾਰਗ ਹੈ ਜਿਵੇਂ ਸਿੱਖ ਲਈ ਫਿਰ ਉਸ ਤੋਂ ਜੁਦਾ ਹੋ ਕੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਉਹ ਖਿੰਨ ਪਲ ਰਹਿ ਨਾ ਸਕੂੰ ਬਿਨ ਪ੍ਰੀਤਮ, ਜਿਉਂ ਬਿਨ ਅਮਲੇ ਅਮਲੀ ਮਰ ਗਈਆ, जिनको प्यास हुए प्रभ केरी तिन अवर न भावे, बिन हर के दुईया। ਉਹਨੂੰ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਉਹ ਤਾਂ ਫਿਰ ਆਪਣਾ ਤਨ ਮਨ ਤਨ ਵਾਰ ਕੇ ਸਭ ਕੁਝ ਉਸ ਪਿਆਰੇ ਦੇ ਨਾਲ ਪ੍ਰੇਮ ਨਿਭਾਉਣ ਦੀ ਗੱਲ ਕਰਦਾ ਹੈ ਤੇ ਕਹਿ ਦਿੰਦਾ ਹੈ, ਖੰਭ ਕਾਂਦੜੇ ਜੇ ਰਹਾ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ। ਫਿਰ ਇਹ ਗੱਲ ਕਹਿੰਦਾ, ਉਹ ਪਰਵਾਹ ਨਹੀਂ ਕਰਦਾ। ਫਿਰ ਇਸ ਪਿਆਰ ਵਿੱਚ, ਇਸ ਪ੍ਰੇਮ ਵਿੱਚ ਭਿੱਜਿਆ ਹੋਇਆ ਉਹ ਪ੍ਰੇਮੀ ਤਰਸਦਾ ਹੈ ਇਸ ਗੱਲ ਦੇ ਤੇ ਕੀ ਕਹਿੰਦਾ ਹੈ, ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ, हो हाल बिन खिन्न पल रह न सकूं, जैसे करहल बेल जाए। वो भक्ति कादी है, प्रेम कादा है, जेड़ा एक पल भी उहदे नालों साडी जीव टुट जाए। कादी भक्ति हुई, तो प्यारे दे प्रेम विच भज के भिज के असीं गल समझनी है कि प्रभु वाहिगुरू दा प्रेम ही सदा निभण वाला है। इस तो उत्ते होर उठिए प्रेम की परिभाषा वाल तुरीए अगे है सर्वव्यापी प्रेम, जिहड़ा व्यक्ति वाहिगुरू नाल प्रेम करेगा फिर उसकी खलकत नाल भी प्रेम करेगा। रिदा खालक खलक मैं खलक वसे रब माहे, खालक नाल प्यार पाउण लई उस खलकत नाल प्यार पाउणा जरूरी है। ਅਸੀਂ ਆਪਣੇ ਪੁੱਤਰ ਨਾਲ ਇਸ ਲਈ ਪਿਆਰ ਕਰਦੇ ਹਾਂ ਕਿ ਉਸ ਵਿੱਚ ਅਸੀਂ ਆਪਣਾ ਆਪ ਨੂੰ ਵੇਖਦੇ ਹਾਂ। ਜਦੋਂ ਅਸੀਂ ਆਪਣੇ ਪ੍ਰੇਮ ਦੇ ਦਾਇਰੇ ਨੂੰ ਵੱਡਾ ਕਰ ਦਿਆਂਗੇ, ਵਿਸ਼ਾਲ ਕਰ ਦਿਆਂਗੇ, ਤਾਂ ਫਿਰ ਆਪਣੀ ਆਤਮਾ ਤੇ ਵਾਹਿਗੁਰੂ ਦੀ ਜੋਤ ਸਭ ਵਿੱਚ ਦਿਸਦੀ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ। ਉਸ ਵਿੱਚ ਸਾਰੇ ਸੰਸਾਰ ਦਾ ਦੁੱਖ ਸਾਡਾ ਆਪਣਾ ਦੁੱਖ ਹੋਏਗਾ, ਸੰਸਾਰ ਦਾ ਸੁੱਖ ਸਾਡਾ ਆਪਣਾ ਸੁੱਖ ਹੋਏਗਾ। ਅਸੀਂ ਵੀ ਇਹ ਗੱਲ ਕਹਿ ਦਿਆਂਗੇ, ਵਿਸਰ ਗਈ ਸਭ ਤਾਤ ਪਰਾਈ, जब ते साथ संगत मोह पाई, ना को बैरी नहीं बेगाना, सगल संग हमको बन आई। मेरे सब पंडा मेर तेर दियां गंढा टुट गई। फिर अंदरों उस मेर तेर दियां गंढा दे अंदरों साडे अंदर प्यारे प्रीतम प्यार विच भिज गया। याद रखने वाली ये है गल
ਕਿ ਸੰਸਾਰ ਦੇ ਪਦਾਰਥਾਂ ਦਾ ਪਿਆਰ ਇਨਸਾਨ ਨੂੰ ਕਦੇ ਵੀ ਪ੍ਰੀਤਮ ਦੇ ਦੇਸ਼ ਨਹੀਂ ਪਹੁੰਚਾ ਸਕਦਾ। ਮਨੁੱਖੀ ਵਿਸ਼ਿਆਂ ਨਾਲ ਪ੍ਰੇਮ ਕਰਨ ਤੋਂ ਕਦੀ ਨਹੀਂ ਰੱਜਦਾ। ਇਹ ਮਨੁੱਖ ਦਾ ਸੁਭਾਅ ਹੈ, ਪਰ ਇਹ ਝੂਠਾ ਪਿਆਰ, ਝੂਠਾ ਪ੍ਰੇਮ ਪ੍ਰੀਤਮ ਤੋਂ ਦੂਰੀ ਬਣਾ ਕੇ ਰੱਖਦਾ ਹੈ। ਮਾਇਆ ਦੀ ਖਿੱਚ ਉਹਦੇ ਅੰਦਰ ਤੜਫਣਾ ਤੇ ਭਟਕਣਾ ਬਣਾ ਕੇ ਰੱਖਦੀ ਹੈ, ਤੇ ਦੂਜੇ ਪਾਸੇ ਉਸ ਪ੍ਰਭੂ ਦੇ ਮਨ, ਪ੍ਰਭੂ ਦੇ ਨਾਲ ਪ੍ਰੇਮ ਕੀਤਾ ਹੋਇਆ ਮਨ ਨੂੰ ਸ਼ਾਂਤ ਕਰ ਦਿੰਦਾ ਹੈ। ਤੇ ਇਹ ਕਿਉਂ ਕਹਿ ਸਕਦੇ ਹਾਂ, ਅਸੀਂ ਇਸ ਗੱਲ ਨੂੰ ਇਉਂ ਗੱਲ ਕਰਦੇ ਹਾਂ ਕਿ ਇਹ ਜਿਹੜੇ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੁੰਦੇ ਹਨ, ਇਹ ਤਾਂ ਪਿਆਰੇ ਦੇ ਪ੍ਰੀਤ ਦੇ ਰੱਬ ਦੇ ਘਰ ਦੀ ਬਸੰਤ ਦਾ ਆਨੰਦ ਮਾਣਦੇ ਹਨ। ਇਹ ਪ੍ਰੇਮ ਗੁਲਾਬ ਦੀ ਸੂਖਮ ਸੁਗੰਧ ਹੈ। ਪ੍ਰੀਤ, ਇਹ ਪ੍ਰੇਮ ਸਦਾ ਸਵੇਰਾ ਹੈ, ਰੋਸ਼ਨੀ ਹੈ, ਚਾਨਣ ਹੈ। ਤੇ ਜਦੋਂ ਇਹ ਰੋਸ਼ਨੀ ਹੈ, ਚਾਨਣ ਹੈ, ਫਿਰ ਪ੍ਰੇਮੀ ਦੇ ਜੀਵਨ ਵਿੱਚ ਵੀ ਕਦੀ ਹਨੇਰਾ ਨਹੀਂ ਹੋ ਸਕਦਾ। ਉੱਥੇ ਗਿਆਨ ਦੀ ਲੋਹ ਹੈ, ਗਿਆਨ ਦੀ ਰੋਸ਼ਨੀ ਹੈ। ਇਹ ਰਸ, ਇੱਕ ਰਸ ਲਗਾਤਾਰ ਅਡੋਲਤਾ ਹੈ। ਇਹ ਪ੍ਰੀਤ ਦੇ ਅਟਲ ਜੋਬਨ ਦੀ ਬਸਤੀ ਹੈ। ਪ੍ਰੀਤ ਤਾਂ ਵਿਰਾਨ ਹਿਰਦਿਆਂ ਨੂੰ, ਉਜਾੜ ਹਿਰਦਿਆਂ ਨੂੰ ਵੀ ਆਬਾਦ ਕਰਕੇ ਰੱਖ ਦਿੰਦੀ ਹੈ। ਪ੍ਰੀਤ ਤਾਂ ਉਹ ਹੈ ਡੋਰੀ, ਮੇਰੇ ਜਾਂ ਤੇਰੇ ਹੱਥ ਨਹੀਂ। ਇਸ ਪ੍ਰੀਤ ਦੀ ਡੋਰੀ ਮੇਰੇ ਮਾਲਕ ਵਾਹਿਗੁਰੂ ਦੇ ਹੱਥ ਵਿੱਚ ਹੈ। ਇਹ ਸੱਚੀ ਪ੍ਰੀਤ ਹੈ, ਜਿਹਦੀ ਡੋਰੀ ਉਸ ਪ੍ਰੀਤਮ ਦੇ ਹੱਥ ਵਿੱਚ ਹੋਵੇ। ਤਾਂ ਇਹ ਪ੍ਰੇਮ ਕੋਈ ਉੱਚੇ ਖਿਆਲਾਂ ਦਾ ਨਾਮ ਜਾਂ ਉੱਚੀਆਂ ਗੱਲਾਂ ਦਾ ਨਾਮ ਨਹੀਂ। ਇਹ ਤਾਂ ਵਾਹਿਗੁਰੂ ਨਾਲ ਸਦੀਵੀ ਖਿੱਚ ਬਣੀ ਰਹਿਣ, ਧੁਰ ਨਾਲ ਰਿਸ਼ਤਾ ਜੁੜ ਜਾਣ ਤੇ ਧੁਰ ਨਾਲ ਇੱਕਮਿਕ ਹੋ ਜਾਣ ਦਾ ਨਾਮ ਪ੍ਰੇਮ ਹੈ। ਇਹ ਪ੍ਰੇਮ ਇਲਾਹੀ ਫਕੀਰੀ ਹੈ। ਪ੍ਰੇਮ ਗੁਰੂ ਨਾਨਕ ਨਿਰੰਕਾਰੀ ਦਾ ਸੱਚਾ ਸਿੱਖ ਜੀਣ ਲਈ ਗੁਰੂ ਦਾ ਬਖਸ਼ਿਆ ਹੋਇਆ ਕਿ ਸਾਡਾ ਰਾਜਯੋਗ ਹੈ। ਤੇ ਇਸ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਮਨੁੱਖੀ ਇਹ ਗੱਲ ਕਹਿੰਦਾ, ਰਾਜਨ ਜੋਗ ਕਰ ਹਾਂ, ਮੈਂ ਰਾਜਨ ਜੋਗ ਕਮਾ ਰਿਹਾ। ਗੁਰੂ ਕਿਰਪਾ ਕਰੇ ਇਹ ਪ੍ਰੇਮ ਦੀ ਖਿੱਚ ਇਹ ਸਾਡੇ ਅੰਦਰ ਵੀ ਪੈਦਾ ਹੋ ਜਾਏ। ਆਪਣੇ ਤੋਂ ਉੱਠ ਕੇ, ਸੰਸਾਰ ਤੋਂ ਉੱਠ ਕੇ ਨਿਰੰਕਾਰ ਤੱਕ ਅਸੀਂ ਅੱਗੇ ਨੂੰ ਵੱਧਦੇ ਜਾਈਏ, ਕਦਮ ਨੂੰ ਵਧਾਉਂਦੇ ਜਾਈਏ। ਸਾਡਾ ਵੀ ਲੋਕ ਪਰਲੋਕ ਸੁਹੇਲਾ ਹੋ ਜਾਏ। ਇਹਨੇ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਤਿ ਤੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ